ਸਾਡੇ ਤੇ ਜਿਹੜਾ ਅੱਜ ਇਹ ਟੈਗ ਲਾ ਰਹੇ ਨੇ, ਸਾਨੂੰ ਨਕਸਲਾਈਟ ਵੀ ਕਹਿ ਰਹੇ ਨੇ, ਸਾਨੂੰ ਕਾਂਗਰਸੀ ਵੀ ਕਹਿ ਰਹੇ ਨੇ, ਸਾਨੂੰ ਦਲਾਲ ਵੀ ਕਹਿ ਰਹੇ ਨੇ, ਸਾਨੂੰ ਏਜੰਟ ਵੀ ਕਹਿ ਰਹੇ ਨੇ, ਇਹ ਸਾਰਾ ਟੈਗ ਲਾਉਣ ਵਾਸਤੇ ਇਹਨਾਂ ਨੂੰ ਇੱਕ ਮੌਕਾ ਮਿਲਣਾ ਸੀ। 1994 ਚ ਭਾਰਤ ਸਰਕਾਰ ਨੇ ਇੱਕ ਐਗਰੀਮੈਂਟ ਦੇ ਉੱਤੇ ਸਾਈਨ ਕੀਤੀ ਹੈ, ਜਿਹਨੂੰ ਗੈਟ ਐਗਰੀਮੈਂਟ ਕਿਹਾ ਜਾਂਦਾ ਹੈ। ਇਹ ਉਹਦੀ ਰੋਸ਼ਨੀ ਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ। ਅੱਜ ਉਹਦਾ ਪਾਰਟ ਹੈ ਇਹ, ਉਹਦੇ 'ਚ ਲਿਖਿਆ ਬਾਕਾਇਦਾ ਕਿ 2004 ਤੱਕ ਭਾਰਤ ਦੇ ਅੰਦਰ ਕਿਸਾਨਾਂ ਨੂੰ ਮਿਨੀਮਮ ਸਪੋਰਟ ਪੇ ਪ੍ਰਾਈਸ ਜਿਹੜਾ ਦਿੱਤਾ ਜਾ ਰਿਹਾ ਬੰਦ ਕੀਤਾ ਜਾਏਗਾ। ਔਰ ਇਹਨਾਂ ਆਰਡੀਨੈਂਸਾਂ ਨੂੰ ਜਦੋਂ ਬਾਹਰੀ ਰੂਪ 'ਚ ਅਸੀਂ ਦੇਖਾਂਗੇ ਨਾ, ਉਦੋਂ ਐ ਲੱਗਦਾ ਵੀ ਯਾਰ ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ ਗੀ ਕਿ ਜਿਹਦੇ ਨਾਲ MSP ਜਾਣੀ ਹੈ। ਲੇਕਿਨ ਬੜਾ ਜੇ ਇਹਨੂੰ ਗੌਰ ਨਾਲ ਦੇਖੀਏ, ਧਿਆਨ ਨਾਲ ਦੇਖੀਏ, ਤਾਂ ਜੋ ਕੰਪਨੀਆਂ ਦੀ ਪੁਰਾਣਾ ਇਤਿਹਾਸ ਹੈ, ਉਸ ਇਤਿਹਾਸ ਦੇ ਮੁਤਾਬਕ, ਆਪਣੇ ਸੁਭਾਅ ਦੇ ਮੁਤਾਬਕ ਇਹ ਆਪਦੇ ਕੰਪੀਟੀਟਰ ਨੂੰ ਮਾਰਦੀਆਂ ਹੈ। ਪਹਿਲਾਂ ਬਿਹਾਰ ਦੇ ਵਿੱਚੋਂ, ਯੂਪੀ ਦੇ ਵਿੱਚੋਂ ਜਿਹੜਾ ਝੋਨਾ ਆ ਕੇ ਸਾਡੇ ਪੰਜਾਬ 'ਚ ਵਿਕ ਰਿਹਾ ਹੈ, ਔਰ ਉਹਦਾ ਜਿਹੜਾ ਮੁੱਖ ਕਾਰਨ ਹੈ ਕਿ ਯੂਪੀ ਬਿਹਾਰ ਦੇ ਵਿੱਚ ਘੱਟ ਰੇਟ ਹੈ। ਗਾਂਧੀ ਜੀ ਦਾ ਬਿਆਨ ਹੈ, ਉਹਦੇ ਬਿਆਨ 'ਚ ਬੜਾ ਸਪਸ਼ਟ ਕਿਹਾ ਕਿ ਸਾਨੂੰ ਭਾਰਤ ਦੇ ਅੰਦਰ ਹੀ MSP ਨਾਲੋਂ ਘੱਟ ਰੇਟ ਤੇ ਫਸਲ ਮਿਲਦੀ ਹੈ। ਤਾਂ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਸਾਡੀ ਵੀ ਫਸਲ ਦਾ ਰੇਟ ਹੈ ਜਿਹੜਾ ਉਹ ਬਿਹਾਰ ਵਾਲਾ ਹੋਣਾ ਹੈ। ਇਹ ਜਿਹੜੇ ਆਰਡੀਨੈਂਸ ਹੈ, ਜਿਹੜੇ ਕਾਨੂੰਨ ਹੈ, ਇਹ ਹਾਲਾਤ ਪੈਦਾ ਕਰਨਗੇ ਕਿ ਕਿਸਾਨ ਆਪਦੀ ਖੇਤੀ ਕਰਨ ਤੋਂ ਹੱਥ ਖੜੇ ਕਰਨ। ਜਦੋਂ 700-800 ਨੂੰ, 1000 ਨੂੰ, 1100 ਨੂੰ ਝੋਨਾ ਵਿਕਿਆ, ਉਦੋਂ ਆਟੋਮੈਟਿਕ ਗੱਲ ਹੈ ਕਿ ਕਿਸਾਨ ਨੇ ਮਤਲਬ ਖੇਤੀ ਕਰਨ ਤੋਂ ਹੱਥ ਖੜੇ ਕਰਨੇ ਆ, ਜ਼ਮੀਨ ਛੱਡਣ ਲਈ ਤਿਆਰ ਹੋਏਗਾ। ਉਸੇ ਲਈ ਇਹ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ। ਅਡਾਨੀਆਂ ਅਬਾਨੀਆਂ ਨੂੰ ਦੇਣ ਦੇ ਲਈ ਇਹ ਤਿਆਰੀ ਹੋ ਰਹੀ ਹੈ। ਇਹਦਾ ਅਸੀਂ ਵਿਰੋਧ ਕਰਦੇ। ਉਹ ਮੈਂ ਕਹਾਂਗਾ ਕਿ ਉਹ ਮੀਟਿੰਗਾਂ ਕਰਨ ਲਈ ਸਾਨੂੰ ਸੱਦਾ ਜ਼ਰੂਰ ਦਿੱਤਾ ਗਿਆ। ਸਾਨੂੰ ਵੀ ਪਤਾ ਸੀਗਾ ਵੀ ਸਰਕਾਰ ਹਜੇ ਸੰਜੀਦਾ ਨਹੀਂ, ਲੇਕਿਨ ਇੱਕ ਗੱਲ ਜ਼ਰੂਰ ਸੀ ਵੀ ਜੇ ਅਸੀਂ ਉਹ ਮੀਟਿੰਗਾਂ ਨਾ ਅਟੈਂਡ ਕਰਦੇ ਤਾਂ ਸਾਡੇ ਖਿਲਾਫ ਇਹ ਪ੍ਰੋਪੇਗੈਂਡਾ ਸ਼ੁਰੂ ਕਰ ਦੇਣਾ ਸੀ ਇਹਨਾਂ ਨੇ ਕਿ ਅਸੀਂ ਸੱਦ ਰਹੇ ਹਾਂ ਜੀ ਜਥੇਬੰਦੀਆਂ ਨੂੰ, ਔਰ ਜਥੇਬੰਦੀਆਂ ਵਾਲੇ ਜਾਣਬੁੱਝ ਕੇ ਆ ਨਹੀਂ ਰਹੇ। ਗਾਇਕਾਂ ਦਾ ਵੱਡੀ ਪੱਧਰ ਦੇ ਉੱਤੇ ਸਾਨੂੰ ਸਮਰਥਨ, ਭਾਵੇਂ ਦੀਪ ਸਿੱਧੂ ਵਿਚਾਰਾ ਉੱਥੇ ਲਾਈ ਬੈਠਾ, ਮੈਨੂੰ ਨਹੀਂ ਪਤਾ ਕਿਉਂ ਲਾਈ ਬੈਠਾ ਅੱਡ, ਲੇਕਿਨ ਸਾਡਾ ਜਿਹੜਾ ਮਤਲਬ ਗਾਇਕਾਂ ਦਾ ਇੱਕ ਵੱਡਾ ਹਿੱਸਾ, ਇੱਥੇ ਵੀ ਸਾਡੇ ਇੱਕ ਮੁੰਡਾ ਆਇਆ ਵਾ ਹਰਿੰਦਰ ਸੰਧੂ, ਇੱਥੇ ਅੱਜ ਫਿਰ ਆਇਆ ਵਾ। ਮੈਂ ਜਿੰਨੇ ਪ੍ਰੋਗਰਾਮਾਂ ਤੇ ਗਿਆ ਤਕਰੀਬਨ ਮੇਰੇ ਨਾਲ ਮੂਹਰੇ ਹਰ ਪ੍ਰੋਗਰਾਮ ਤੇ ਉਹ ਹਰਿੰਦਰ ਸੰਧੂ ਹੁੰਦਾ ਹੈ। ਦੇਖੋ, ਮੋਦੀ ਦਾ ਇਹ ਕਹਿਣਾ, ਪਹਿਲੀ ਤਾਂ ਗੱਲ ਤੁਸੀਂ ਅੱਜ ਤੱਕ ਇਹ ਨੋਟ ਕੀਤਾ ਹੋਊਗਾ ਕਿ ਜਿੰਨੇ ਵੀ ਸੰਘਰਸ਼ ਹੋਇਆ ਹੈ, ਕਦੇ ਕਿਸੇ ਸੰਘਰਸ਼ ਦੇ ਉੱਤੇ ਮੋਦੀ ਨੇ ਬਿਆਨ ਦਿੱਤਾ ਹੈ? ਉਹਦੇ ਹੋਰ ਉਹਦੇ ਚੇਲੇ ਚੱਪੇ ਬਿਆਨ ਦਿੰਦੇ ਹੁੰਦੇ ਆ, ਮੋਦੀ ਨਹੀਂ ਬੋਲਦਾ ਹੁੰਦਾ। ਸਾਡੇ ਇਸ ਸੰਘਰਸ਼ ਨੇ ਮੋਦੀ ਬੋਲਣ ਲਾ ਲਿਆ। ਸਰਕਾਰ ਨੂੰ ਇਹਦੇ ਮੂਹਰੇ ਝੁਕਣਾ ਪੈਣਾ, ਕਿਉਂਕਿ ਅੱਜ ਅੰਦੋਲਨ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਪੰਜਾਬੀ ਬੈਠਾ ਹੈ ਨਾ, ਉੱਥੇ ਧਰਨੇ, ਮੁਜ਼ਾਹਰੇ, ਪ੍ਰੋਟੈਸਟ ਹੋ ਰਹੇ ਆ। ਤਾਂ ਜੇ ਥਾਂ ਤੇ ਹੋ ਰਿਹਾ ਤੇ ਇਹਦਾ ਮਤਲਬ ਸਾਡਾ ਸੁਨੇਹਾ ਪੂਰੇ ਭਾਰਤ ਦੇ ਵਿੱਚ ਜਾ ਰਿਹਾ, ਲੜਾਈ ਜਿੱਤਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ TV। ਮੈਂ ਹਾਂ ਪਰਮਿੰਦਰ ਸਿੰਘ। ਜਿੱਥੇ ਕਿ ਪੂਰੇ ਭਾਰਤ ਵਿੱਚ ਕਿਸਾਨ ਆਰਡੀਨੈਂਸ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ। ਬੇਸ਼ੱਕ ਪੰਜਾਬ ਦੀ ਗੱਲ ਕਰੀਏ, ਬੇਸ਼ੱਕ ਬਾਹਰੀ ਆਪਾਂ ਰਾਜਾਂ ਦੀ ਗੱਲ ਕਰੀਏ, ਸਾਰੇ ਕਿਸਾਨ ਨਹੀਂ, ਮੈਂ ਕਹਿ ਸਕਦਾ ਕਿ ਜਿੱਥੇ ਸਾਡੀਆਂ ਬੀਬੀਆਂ, ਨੌਜਵਾਨ ਯੂਥ ਸੜਕਾਂ 'ਤੇ ਉਤਰਿਆ ਹੋਇਆ, ਰੇਲ ਦੀਆਂ ਪਟੜੀਆਂ 'ਤੇ ਨੇ। ਸਾਡੇ ਨਾਲ ਗੱਲਬਾਤ ਕਰਨ ਲਈ ਅੱਜ ਸਿੱਧੂਪੁਰ ਦੇ ਪ੍ਰਧਾਨ ਨਾਲ ਗੱਲਬਾਤ ਕਰਾਂਗੇ। ਪ੍ਰਧਾਨ ਜੀ, ਪਹਿਲਾਂ ਤਾਂ ਗਲੋਬਲ ਪੰਜਾਬ TV ਤੇ ਤੁਹਾਡਾ ਬਹੁਤ ਬਹੁਤ ਸਵਾਗਤ। ਮਿਹਰਬਾਨੀ ਜੀ, ਧੰਨਵਾਦ, ਸ਼ੁਕਰੀਆ, ਬਹੁਤ ਮਿਹਰਬਾਨੀ। ਜੇ ਆਪਾਂ ਪਹਿਲਾਂ ਮੇਰਾ ਸਵਾਲ ਇਹ ਹੈ ਵੀ ਅਸਲੀ ਆਰਡੀਨੈਂਸ ਹੈ ਕੀ ਚੀਜ਼, ਮੈਨੂੰ ਬਰੀਫ ਕਰ ਦਿਓ 2 ਮਿੰਟਾਂ 'ਚ। ਦੇਖੋ, ਜਿਹੜੇ ਆਰਡੀਨੈਂਸ ਹੈ ਨਾ, ਅਸਲ ਹਕੀਕਤ ਦੇ ਵਿੱਚ ਜੇ ਇਹਨੂੰ ਜਾਣਨਾ ਹੋਵੇ, ਪੜਤਾਲਣਾ ਹੋਵੇ, ਤੇ ਇਹਦੀ ਥੋੜੀ ਜਿਹੀ ਬੈਕਗਰਾਉਂਡ ਦੇਖਣੀ ਪੈਂਦੀ ਹੈ। 1994 ਚ ਭਾਰਤ ਸਰਕਾਰ ਨੇ ਇੱਕ ਐਗਰੀਮੈਂਟ ਦੇ ਉੱਤੇ ਸਾਈਨ ਕੀਤੀ ਹੈ, ਜਿਹਨੂੰ ਗੈਟ ਐਗਰੀਮੈਂਟ ਕਿਹਾ ਜਾਂਦਾ ਹੈ। ਇਹ ਉਹਦੀ ਰੋਸ਼ਨੀ ਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ। ਅੱਜ ਉਹਦਾ ਪਾਰਟ ਹੈ ਇਹ, ਉਹਦੇ 'ਚ ਲਿਖਿਆ ਬਾਕਾਇਦਾ ਕਿ 2004 ਤੱਕ ਭਾਰਤ ਦੇ ਅੰਦਰ ਕਿਸਾਨਾਂ ਨੂੰ ਮਿਨੀਮਮ ਸਪੋਰਟ ਪੇ ਪ੍ਰਾਈਸ ਜਿਹੜਾ ਦਿੱਤਾ ਜਾ ਰਿਹਾ ਬੰਦ ਕੀਤਾ ਜਾਏਗਾ। ਔਰ ਉਦੋਂ ਤੋਂ ਲੈ ਕੇ ਸਰਕਾਰਾਂ ਯਤਨਸ਼ੀਲ ਹੈ ਕਿ ਇਹਨਾਂ ਨੂੰ ਬੰਦ ਕੀਤਾ ਜਾਏ। ਅੱਜ ਉਹਨੂੰ ਬੰਦ ਕਰਨ ਵਾਸਤੇ ਬੜੇ ਲੁਕਵੇਂ ਢੰਗ ਦੇ ਨਾਲ ਇਹ ਆਰਡੀਨੈਂਸ ਲਿਆਂਦੇ ਗਏ ਆ। ਔਰ ਇਹਨਾਂ ਆਰਡੀਨੈਂਸਾਂ ਨੂੰ ਜਦੋਂ ਬਾਹਰੀ ਰੂਪ 'ਚ ਅਸੀਂ ਦੇਖਾਂਗੇ ਨਾ, ਉਦੋਂ ਐ ਲੱਗਦਾ ਵੀ ਯਾਰ ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ ਗੀ ਕਿ ਜਿਹਦੇ ਨਾਲ MSP ਜਾਣੀ ਹੈ। ਲੇਕਿਨ ਬੜਾ ਜੇ ਇਹਨੂੰ ਗੌਰ ਨਾਲ ਦੇਖੀਏ, ਧਿਆਨ ਨਾਲ ਦੇਖੀਏ, ਤਾਂ ਜੋ ਕੰਪਨੀਆਂ ਦੀ ਪੁਰਾਣਾ ਇਤਿਹਾਸ ਹੈ, ਉਸ ਇਤਿਹਾਸ ਦੇ ਮੁਤਾਬਕ, ਆਪਣੇ ਸੁਭਾਅ ਦੇ ਮੁਤਾਬਕ ਇਹ ਆਪਦੇ ਕੰਪੀਟੀਟਰ ਨੂੰ ਮਾਰਦੀਆਂ ਹੈ ਪਹਿਲਾਂ। ਔਰ ਅੱਜ ਪੰਜਾਬ ਦੇ ਵਿੱਚ ਇਹਨਾਂ ਦਾ ਕੰਪੀਟੀਟਰ ਹੈ ਆਪਣੀ ਮਿਨੀਮਮ ਸਪੋਰਟ ਪ੍ਰਾਈਸ ਦੇ ਰਹੀ ਜਿਹੜੀ ਸਾਡੀ FCI ਹੈ। FCI ਨੂੰ ਖਤਮ ਕਰਨਾ, ਮਾਰਨਾ ਇਹਨਾਂ ਦਾ ਨਿਸ਼ਾਨਾ ਹੈ। ਔਰ ਉਹਨੂੰ ਮਾਰਨ ਵਾਸਤੇ ਮੋਦੀ ਜੀ ਨੇ ਇਹਨਾਂ ਆਰਡੀਨੈਂਸਾਂ ਦੇ ਵਿੱਚ ਜਿਹੜੀ ਇਹ ਗੱਲ ਲਿਖੀ ਹੈ ਕਿ ਜਿਹੜਾ ਪ੍ਰਾਈਵੇਟ ਆਦਮੀ ਫਸਲ ਖਰੀਦੇਗਾ ਉਹਨੂੰ ਬਿਲਕੁਲ ਕਿਸੇ ਤਰ੍ਹਾਂ ਦਾ ਆਪਣਾ ਮਾਰਕੀਟ ਫੀਸ ਨਹੀਂ ਪਏਗੀ। ਹੁਣ ਇਹ ਬੜੀ ਇੱਕ ਬਹੁਤ ਵੱਡੀ ਰਾਇਤ ਹੈ ਤੇ ਆਮ ਕਿਸਾਨ ਦੀ ਸਮਝ ਤੋਂ ਇਹ ਗੱਲ ਬਾਹਰ ਹੈ। ਔਰ ਇਹ ਜਦੋਂ MSP ਆਪਣਾ ਮਾਰਕੀਟ ਫੀਸ ਤੋਂ ਰਹਿਤ ਦਿੱਤੀ ਉਹਨੂੰ,
ਉਹਨਾਂ ਨੇ ਬਾਹਰ ਫਸਲ ਖਰੀਦਣੀ ਹੈ ਮੰਡੀ ਤੋਂ ਬਾਹਰ ਖੜ ਕੇ, ਉਹਨੂੰ ਕਿਸੇ ਤਰ੍ਹਾਂ ਦਾ ਮਾਰਕੀਟ ਕਮੇਟੀ ਦੇ ਕਾਨੂੰਨ ਦਾ ਕੋਈ ਦਬਾਅ ਨਹੀਂ ਰਹਿਣਾ ਉੱਤੇ, ਔਰ ਉਹਨੂੰ ਕੋਈ ਟੈਕਸ ਨਹੀਂ ਪੈਣਾ। ਟੈਕਸ ਅੱਜ 164 ਰੁਪਏ ਇੱਕ ਕੁਇੰਟਲ ਫਸਲ ਦੇ ਉੱਤੇ ਟੈਕਸ ਦੇ ਰਹੀ ਹੈ, ਜਿਹੜੀ ਇਹ ਸਾਡੀ ਮਤਲਬ FCI ਦੇ ਰਹੀ ਹੈ। ਉਹਨਾਂ ਨੇ ਨਹੀਂ ਦੇਣਾ ਇਹਨੂੰ, ਇਹਦੇ ਵਿੱਚੋਂ ਉਹਨਾਂ ਨੇ 50 ਰੁਪਏ ਕਿਸਾਨ ਨੂੰ ਵੱਧ ਦੇ ਕੇ ਉਹਦੀ ਫਸਲ ਮੰਡੀ ਤੋਂ ਬਾਹਰ ਹੀ ਖਰੀਦ ਲੈਣੀ ਹੈ। ਔਰ ਕਿਸਾਨ ਨੂੰ ਐ ਲੱਗੂਗਾ ਇੱਕ ਵਾਰੀ ਕਿ ਵੀ ਇਹ ਜਿਹੜੀਆਂ ਅੰਦਰਲੀਆਂ ਪਾਲਿਸੀਆਂ, ਅੰਦਰਲੀਆਂ ਜਿਹੜੀਆਂ ਫਸਲ ਖਰੀਦਣ ਵਾਲੀਆਂ ਸਾਡਾ ਸਿਸਟਮ ਹੈ, ਇਹਦਾ ਨਕਾਰ ਹੈ। ਬਾਹਰਲਾ ਬਹੁਤ ਵਧੀਆ, ਬਾਹਰ ਸਾਨੂੰ 50 ਰੁਪਏ 60 ਰੁਪਏ ਵੱਧ ਰੇਟ ਤੇ ਫਸਲ ਖਰੀਦੀ ਜਾ ਰਹੀ ਹੈ। ਔਰ 2 ਸਾਲਾਂ ਦੇ ਵਿੱਚ ਇਹ ਕੀ ਹੋਏਗਾ, ਜਦੋਂ ਇਹ ਮੰਡੀ ਢਾਂਚਾ ਟੁੱਟ ਗਿਆ, FCI ਟੁੱਟੀ, ਉਸ ਤੋਂ ਬਾਅਦ ਫਿਰ ਮਤਲਬ ਜੋ ਅੱਜ ਸਾਡੇ ਐਤਕੀ ਤਾਂ ਹੁਣ ਤਾਂ ਬੜਾ ਗਰਾਊਂਡ ਤੇ ਸਾਹਮਣੇ ਦੇਖ ਲਿਆ ਸੀ, ਬਿਹਾਰ ਦੇ ਵਿੱਚੋਂ UP ਦੇ ਵਿੱਚੋਂ ਜਿਹੜਾ ਝੋਨਾ ਆ ਕੇ ਸਾਡੇ ਪੰਜਾਬ 'ਚ ਵਿਕ ਰਿਹਾ ਹੈ। ਔਰ ਉਹਦਾ ਜਿਹੜਾ ਮੁੱਖ ਕਾਰਨ ਹੈ ਕਿ UP ਬਿਹਾਰ ਦੇ ਵਿੱਚ ਘੱਟ ਰੇਟ ਹੈ। ਗਡਕਰੀ ਜੀ ਦਾ ਬਿਆਨ ਹੈ, ਉਹਦੇ ਬਿਆਨ 'ਚ ਬੜਾ ਸਪਸ਼ਟ ਕਿਹਾ ਕਿ ਸਾਨੂੰ ਭਾਰਤ ਦੇ ਅੰਦਰ ਹੀ MSP ਨਾਲੋਂ ਘੱਟ ਰੇਟ ਤੇ ਫਸਲ ਮਿਲਦੀ ਹੈ। ਤਾਂ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਸਾਡੀ ਵੀ ਫਸਲ ਦਾ ਰੇਟ ਹੈ ਜਿਹੜਾ ਉਹ ਬਿਹਾਰ ਵਾਲਾ ਹੋਣਾ ਹੈ। ਜਦੋਂ ਬਿਹਾਰ ਵਾਲਾ ਰੇਟ ਹੋਏਗਾ ਉਸ ਵੇਲੇ MSP ਆਪਣੇ ਆਪ ਟੁੱਟ ਕੇ ਖਤਮ ਹੋ ਗਈ, ਜਦੋਂ ਖਰੀਦਣ ਵਾਲਾ ਕੋਈ ਨਾ ਰਿਹਾ। ਇਹ ਕਿੱਡੀ ਵੱਡੀ ਚਾਲ ਹੈ। ਔਰ ਕਿਹਾ ਜਾ ਰਿਹਾ ਹੈ ਕਿ ਵਿਖਾਓ ਜੀ ਕੋਈ ਇੱਕ ਵੀ ਲੈਣ ਦਿਖਾਓ ਜਿਹਦੇ ਵਿੱਚ ਅਸੀਂ MSP ਨੂੰ ਤੋੜਨ ਦੀ ਗੱਲ ਕੀਤੀ ਹੋਵੇ, ਲੇਕਿਨ MSP ਨੂੰ ਬੜੇ ਤਰੀਕੇ ਦੇ ਨਾਲ ਜਦੋਂ FCI ਟੁੱਟ ਗਈ, MSP ਆਪਣੇ ਆਪ, ਜਿਵੇਂ ਅੱਜ ਮੱਕੀ ਦੇ ਵੀ MSP ਹੈ, ਕੋਈ ਖਰੀਦਣ ਵਾਲਾ ਨਹੀਂ, ਮੱਕੀ ਰੁਲ ਰਹੀ ਹੈ ਕਿਸਾਨ ਦੀ, ਇਸੇ ਤਰ੍ਹਾਂ ਸਾਡੀਆਂ ਫਸਲਾਂ ਰੁਲਣਗੀਆਂ। ਔਰ ਇਹਦੇ ਤੋਂ ਅਸੀਂ ਇਹ ਕਹਿ ਰਹੇ ਹਾਂ ਕਿ ਇਹ ਜਿਹੜੇ ਆਰਡੀਨੈਂਸ ਹੈ, ਜਿਹੜੇ ਕਾਨੂੰਨ ਹੈ, ਇਹ ਹਾਲਾਤ ਪੈਦਾ ਕਰਨਗੇ ਕਿ ਕਿਸਾਨ ਆਪਦੀ ਖੇਤੀ ਕਰਨ ਤੋਂ ਹੱਥ ਖੜੇ ਕਰਨ। ਜਦੋਂ 700-800 ਨੂੰ 1000 ਨੂੰ 1100 ਨੂੰ ਝੋਨਾ ਵਿਕਿਆ, ਉਦੋਂ ਆਟੋਮੈਟਿਕ ਗੱਲ ਹੈ ਕਿ ਕਿਸਾਨ ਨੇ ਮਤਲਬ ਖੇਤੀ ਕਰਨ ਤੋਂ ਹੱਥ ਖੜੇ ਕਰਨੇ ਆ, ਜ਼ਮੀਨ ਛੱਡਣ ਲਈ ਤਿਆਰ ਹੋਏਗਾ। ਉਸੇ ਲਈ ਇਹ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ, ਅਡਾਨੀਆਂ ਅਬਾਨੀਆਂ ਨੂੰ ਦੇਣ ਦੇ ਲਈ ਇਹ ਤਿਆਰੀ ਹੋ ਰਹੀ ਹੈ। ਇਹਦਾ ਅਸੀਂ ਵਿਰੋਧ ਕਰ ਰਹੇ ਹਾਂ। ਡੱਲੇਆ ਸਾਹਿਬ, ਜੇ ਆਪਾਂ ਗੱਲ ਕਰੀਏ ਤਾਂ ਹੁਣ ਮੋਦੀ ਸਾਹਿਬ ਨੇ ਕਿਹਾ ਸੀ ਵੀ ਜਿਹੜੀਆਂ ਤੁਸੀਂ ਪਾਰਟੀਆਂ ਖਾਲੀ ਕਰ ਦਿਓ, ਅਸੀਂ ਜਿਹੜੀਆਂ ਮਾਲ ਗੱਡੀਆਂ ਚਲਾ ਦਾਂਗੇ। ਹੁਣ ਤੁਸੀਂ ਦਿੱਲੀ ਵੀ ਜਾ ਕੇ ਆਓ, ਤੁਹਾਡੀਆਂ ਵੱਖ-ਵੱਖ ਜਥੇਬੰਦੀਆਂ ਨਾਲ ਮੀਟਿੰਗ ਵੀ ਹੋਈ ਹੈ, ਪਰਸੋਂ ਜਿਹੜੇ ਪੰਜਾਬ ਦੇ ਮੌਜੂਦਾ ਮੰਤਰੀਆਂ ਨਾਲ ਮੀਟਿੰਗ ਹੋਈ, ਤੁਸੀਂ ਉਹ ਸਰ ਪ੍ਰੋਪਗੈਂਡੇ ਨੂੰ ਕਿਸ ਤਰ੍ਹਾਂ ਵੇਖਦੇ ਹੋ? ਦੇਖੋ, ਮੈਂ ਸਮਝਦਾ ਹਾਂ ਕਿ ਸਾਡੀ ਜਿਹੜੀ ਮੀਟਿੰਗਾਂ ਹੋਈਆਂ ਸਰਕਾਰ ਨਾਲ, ਸੈਂਟਰ ਗਵਰਨਮੈਂਟ ਨਾਲ, ਉਹ ਮੈਂ ਕਹਾਂਗਾ ਕਿ ਉਹ ਮੀਟਿੰਗਾਂ ਕਰਨ ਲਈ ਸਾਨੂੰ ਸੱਦਾ ਜ਼ਰੂਰ ਦਿੱਤਾ ਗਿਆ। ਸਾਨੂੰ ਵੀ ਪਤਾ ਸੀਗਾ ਵੀ ਸਰਕਾਰ ਹਜੇ ਸੰਜੀਦਾ ਨਹੀਂ, ਲੇਕਿਨ ਇੱਕ ਗੱਲ ਜ਼ਰੂਰ ਸੀ ਵੀ ਜੇ ਅਸੀਂ ਉਹ ਮੀਟਿੰਗਾਂ ਨਾ ਅਟੈਂਡ ਕਰਦੇ ਤਾਂ ਸਾਡੇ ਖਿਲਾਫ ਇਹ ਪ੍ਰੋਪੇਗੈਂਡਾ ਸ਼ੁਰੂ ਕਰ ਦੇਣਾ ਸੀ ਇਹਨਾਂ ਨੇ ਕਿ ਅਸੀਂ ਸੱਦ ਰਹੇ ਹਾਂ ਜੀ ਜਥੇਬੰਦੀਆਂ ਨੂੰ, ਔਰ ਜਥੇਬੰਦੀਆਂ ਵਾਲੇ ਜਾਣਬੁੱਝ ਕੇ ਆ ਨਹੀਂ ਰਹੇ। ਸਾਡੇ ਤੇ ਜਿਹੜਾ ਅੱਜ ਇਹ ਟੈਗ ਲਾ ਰਹੇ ਨੇ, ਸਾਨੂੰ ਨਕਸਲਾਈਟ ਵੀ ਕਹਿ ਰਹੇ ਨੇ, ਸਾਨੂੰ ਕਾਂਗਰਸੀ ਵੀ ਕਹਿ ਰਹੇ ਨੇ, ਸਾਨੂੰ ਦਲਾਲ ਵੀ ਕਹਿ ਰਹੇ ਨੇ, ਸਾਨੂੰ ਏਜੰਟ ਵੀ ਕਹਿ ਰਹੇ ਨੇ, ਇਹ ਸਾਰਾ ਟੈਗ ਲਾਉਣ ਵਾਸਤੇ ਇਹਨਾਂ ਨੂੰ ਇੱਕ ਮੌਕਾ ਮਿਲਣਾ ਸੀ। ਇਸ ਕਰਕੇ ਅਸੀਂ ਉਹ ਮੀਟਿੰਗ 'ਚ ਗਏ, ਔਰ ਮੀਟਿੰਗ ਦੇ ਵਿੱਚ ਅਸੀਂ ਆਪਦਾ ਪੱਖ ਰੱਖਿਆ, ਪੱਖ ਰੱਖ ਕੇ ਉਹਨਾਂ ਨੂੰ ਮੰਗ ਪੱਤਰ ਦੇ ਕੇ ਆਏ ਆ, ਔਰ ਉਹਨਾਂ ਨੂੰ ਬਾਕਾਇਦਾ ਕਿਹਾ ਵੀ ਜਿਹੜਾ ਤੁਸੀਂ ਸਾਡੇ ਨਾਲ ਕਮਿਟਮੈਂਟ ਕੀਤੀ ਸੀ, ਉਹ ਤੁਹਾਡਾ ਕੋਈ ਅਧਿਕਾਰੀ, ਕੋਈ ਅਹੁਦੇਦਾਰ ਕੋਈ ਆਇਆ ਨਹੀਂ ਮੀਟਿੰਗ ਦੇ ਲਈ, ਇਸ ਲਈ ਸਾਡਾ ਇਸ ਮੀਟਿੰਗ ਦੇ ਵਿੱਚ ਬੈਠਣ ਦੀ ਕੋਈ ਤੁਕ ਨਹੀਂ ਬਣਦੀ। ਅਗਰ ਸਾਡੇ ਨਾਲ ਮੀਟਿੰਗ ਕਰਨੀ ਹੈ ਤਾਂ ਘੱਟੋ ਘੱਟ ਕੋਈ ਮੰਤਰੀ, ਕੋਈ ਐਗਰੀਕਲਚਰ ਤੋਂ ਕੋਈ ਮਤਲਬ ਮਿਨਿਸਟਰ ਬੈਠਦਾ, ਜਾਂ ਸਾਡੇ ਨਾਲ ਪ੍ਰਾਈਮ ਮਿਨਿਸਟਰ ਆਫਿਸ ਤੋਂ ਕੋਈ ਨਾ ਕੋਈ ਮਤਲਬ ਬੈਠਣਾ ਚਾਹੀਦਾ ਸੀ, ਜਿਹੜਾ ਸਾਡੇ ਕਿਸੇ ਮਸਲੇ ਦਾ ਹੱਲ ਕਰ ਸਕਦਾ। ਲੇਕਿਨ ਇਸ ਤਰੀਕੇ ਦੇ ਨਾਲ ਤੁਸੀਂ ਸਾਡੇ ਨਾਲ ਮੀਟਿੰਗ ਕਰ ਰਹੇ ਹੋ, ਇਹ ਕੋਈ ਅਰਥ ਨਹੀਂ ਇਹਦਾ। ਅਸੀਂ ਮੰਗ ਪੱਤਰ ਦਿੱਤਾ, ਮੰਗ ਪੱਤਰ ਦੇ ਕੇ ਅਸੀਂ ਵਾਪਸ ਆਏ ਹਾਂ। ਇਹ ਤਾਂ ਇੱਥੋਂ ਤੱਕ ਗੱਲ ਰਹੀ। ਜੇ ਆਪਾਂ ਗੱਲ ਕਰੀਏ ਤਾਂ ਜਦੋਂ ਵੀ ਪੰਜਾਬ ਦੇ ਵਿੱਚ ਜੇ ਆਪਾਂ ਬਾਹਰੀ ਜੰਗਾਂ ਦੀ ਗੱਲ ਕਰੀਏ ਤਾਂ ਸਾਰਿਆਂ ਨੂੰ ਇਕੱਠੇ ਲੜ ਕੇ ਜਿਹੜੀਆਂ ਜੰਗਾਂ ਜਿੱਤੀਆਂ ਜਾਂਦੀਆਂ। ਜੇ ਆਪਾਂ ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ, ਬੇਸ਼ੱਕ ਗਾਇਕ ਨੇ, ਤਾਂ ਤੁਹਾਨੂੰ ਕੀ ਲੱਗਦਾ ਵੀ ਇੱਕ ਉਹ ਝੰਡੇ ਥੱਲੇ ਹੈਗੇ ਨੇ 86 ਪਾਰਟੀਆਂ ਦੀ ਆਪਾਂ ਜੇ ਨਾ ਗੱਲ ਕਰੀਏ? ਕਿਉਂਕਿ ਦੇਖੋ ਤੁਹਾਡੇ ਕੁਝ ਜਥੇਬੰਦੀਆਂ ਵਿੱਚ 20-30% ਤਾਂ ਦੀਪ ਸਿੱਧੂ ਨਾਲ ਬਾਗੇ, 10-20% ਉਗਰਾਹਾਂ ਨਾਲ ਬਾਗੇ, 10-20% ਹੋਰ ਆਸੇ-ਪਾਸੇ ਹੋ ਗਏ। ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ? ਦੇਖੋ, ਇਹ ਮੈਂ ਇਹ ਕਹੂੰਗਾ, ਅੱਜ ਕਿਸੇ ਨਾ ਕਿਸੇ ਪਲੇਟਫਾਰਮ ਤੇ ਪੂਰਾ ਭਾਰਤ ਕਿਸਾਨਾਂ ਦੇ ਨਾਲ ਹੈ। ਚਾਹੇ ਉਹ ਮਜ਼ਦੂਰ ਵੀਰ ਨੇ, ਚਾਹੇ ਉਹ ਆੜ੍ਹਤੀਏ ਵੀਰ ਨੇ, ਚਾਹੇ ਕੋਈ ਵਪਾਰੀ ਨੇ, ਚਾਹੇ ਕੋਈ ਗਾਇਕ ਨੇ। ਗਾਇਕਾਂ ਦਾ ਵੱਡੀ ਪੱਧਰ ਦੇ ਉੱਤੇ ਸਾਨੂੰ ਸਮਰਥਨ, ਭਾਵੇਂ ਦੀਪ ਸਿੱਧੂ ਵਿਚਾਰਾ ਉੱਥੇ ਲਾਈ ਬੈਠਾ, ਮੈਨੂੰ ਨਹੀਂ ਪਤਾ ਕਿਉਂ ਲਾਈ ਬੈਠਾ ਅੱਡ, ਲੇਕਿਨ ਸਾਡਾ ਜਿਹੜਾ ਮਤਲਬ ਗਾਇਕਾਂ ਦਾ ਇੱਕ ਵੱਡਾ ਹਿੱਸਾ ਇੱਥੇ ਵੀ ਸਾਡੇ ਇੱਕ ਮੁੰਡਾ ਆਇਆ ਵਾ, ਹਰਿੰਦਰ ਸੰਧੂ, ਇੱਥੇ ਅੱਜ ਫਿਰ ਆਇਆ ਵਾ। ਮੈਂ ਜਿੰਨੇ ਪ੍ਰੋਗਰਾਮਾਂ ਤੇ ਗਿਆ ਤਕਰੀਬਨ ਮੇਰੇ ਨਾਲ ਮੂਹਰੇ ਹਰ ਪ੍ਰੋਗਰਾਮ ਤੇ ਉਹ ਹਰਿੰਦਰ ਸੰਧੂ ਹੁੰਦਾ ਹੈ। ਤਾਂ ਮੈਨੂੰ ਲੱਗ ਰਿਹਾ ਕਿ ਇਹ ਇੱਕ ਕੋਈ ਐਡਾ ਬਹੁਤਾ ਫਰਕ ਨਹੀਂ ਪੈਣਾ। ਜਿਹੜੀ ਆਪਾਂ ਉਗਰਾਹਾਂ ਦੀ ਗੱਲ ਕਰਦੇ ਹਾਂ, ਲੜਾਈ ਉਗਰਾਹਾਂ ਵੀ ਇਹੀ ਲੜ ਰਿਹਾ ਹੈ, ਸਾਡੇ ਵਾਲੀ ਗੱਲ ਕਰ ਰਿਹਾ ਹੈ, ਲੇਕਿਨ ਉਹ ਇੱਕ ਇੰਡੀਪੈਂਡੈਂਟ ਆਪਦਾ ਪ੍ਰੋਗਰਾਮ ਦੇ ਰਹੇ ਨੇ, ਦੇ ਹੀ ਜਾਣ ਦਿਓ, ਸਾਨੂੰ ਉਸ ਗੱਲ ਨਾਲ ਕੋਈ ਇਤਰਾਜ਼ ਨਹੀਂ ਹੈ। ਲੇਕਿਨ ਜੇ ਉਹ ਲੜਾਈ ਹੈ, ਲੜਾਈ ਅਗਰ ਕੋਈ ਕਿਸਾਨੀ ਦੀ ਲੜ ਰਿਹਾ ਹੈ, ਅਸੀਂ ਉਹਦੇ ਧੰਨਵਾਦੀ ਹਾਂ, ਚਾਹੇ ਉਹ ਕਿਸੇ ਵੀ ਪਲੇਟਫਾਰਮ ਤੇ ਲੜ ਰਿਹਾ ਹੈ। ਲੇਕਿਨ ਇਹ ਲੜਾਈ ਨੂੰ ਮਜ਼ਬੂਤੀ ਨਾਲ ਲੜਨਾ ਚਾਹੀਦਾ, ਇਮਾਨਦਾਰੀ ਨਾਲ ਲੜਨਾ ਚਾਹੀਦਾ ਹੈ। ਅਗਰ ਕਿਸੇ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਹੋਰ ਇੱਛਾ ਹੈ, ਗਲਤ ਇੱਛਾ ਹੈ, ਤਾਂ ਇੱਥੇ ਲੋਕ ਪਛਾਣ ਲੈਣਗੇ ਬਹੁਤ ਲੰਬਾ ਸਮਾਂ ਨਹੀਂ। ਔਰ ਇਹ ਲੜਾਈ ਨਹੀਂ ਮੁੱਕਣੀ।
ਹੌਲੀ ਹੌਲੀ ਲੋਕਾਂ ਨੇ ਥੋੜੇ ਸਮੇਂ ਦੇ ਵਿੱਚ ਹੁੰਦਾ ਹੀ ਹੁੰਦਾ ਹੈ ਕਿ ਜਦੋਂ ਲੋਕਾਂ ਨੂੰ ਪਛਾਣ ਨਹੀਂ ਹੁੰਦੀ, ਲੋਕ ਉਧਰ ਚਲੇ ਗਏ ਇੱਧਰ ਚਲੇ ਗਏ, ਅਖੀਰ ਲੋਕ ਇਹਨੂੰ ਨਖੇੜਾ ਕਰਕੇ ਫਿਰ ਆਪਦੇ ਟਿਕਾਣੇ ਤੇ ਆ ਕੇ ਲੜਨਗੇ ਔਰ ਇਹ ਲੜਾਈ ਅਸੀਂ ਵੱਡੀ ਪੱਧਰ ਤੇ ਲੜਾਂਗੇ ਔਰ ਜਿੱਤਾਂਗੇ। ਕੱਲ੍ਹ ਮੋਦੀ ਦਾ ਪਰਸੋਂ ਬਿਆਨ ਸੀ, ਉਹ ਕਹਿੰਦਾ ਸੀ ਮੈਂ ਬਿੱਲ ਵਾਪਸ ਨਹੀਂ ਲੈਣੇ, ਤਾਂ ਤੁਹਾਨੂੰ ਕੀ ਲੱਗਦਾ ਸੰਘਰਸ਼ ਪੂਰੇ, ਕਿਉਂਕਿ ਇਹ ਜੰਗ ਕੋਈ ਨੇੜੇ ਹੀ ਨਹੀਂ ਖਤਮ ਹੋਣ ਵਾਲੀ, ਸੰਘਰਸ਼ ਹੋਰ ਵੀ ਤੇਜ਼ ਕਰਨੇ ਪੈ ਸਕਦੇ ਨੇ? ਦੇਖੋ ਮੋਦੀ ਦਾ ਇਹ ਕਹਿਣਾ, ਪਹਿਲੀ ਤਾਂ ਗੱਲ ਤੁਸੀਂ ਅੱਜ ਤੱਕ ਇਹ ਨੋਟ ਕੀਤਾ ਹੋਊਗਾ ਕਿ ਜਿੰਨੇ ਵੀ ਸੰਘਰਸ਼ ਹੋਇਆ ਹੈ ਕਦੇ ਕਿਸੇ ਸੰਘਰਸ਼ ਦੇ ਉੱਤੇ ਮੋਦੀ ਨੇ ਬਿਆਨ ਦਿੱਤਾ ਹੈ? ਉਹਦੇ ਹੋਰ ਉਹਦੇ ਚੇਲੇ ਚਪਟੇ ਬਿਆਨ ਦਿੰਦੇ ਹੁੰਦੇ ਆ, ਮੋਦੀ ਨਹੀਂ ਬੋਲਦਾ ਹੁੰਦਾ। ਸਾਡੇ ਇਸ ਸੰਘਰਸ਼ ਨੇ ਮੋਦੀ ਬੋਲਣ ਲਾ ਲਿਆ, ਪਹਿਲੀ ਗੱਲ ਤਾਂ ਇਹ ਲਓ। ਦੂਸਰੀ ਗੱਲ ਹੈ, ਜਿੰਨਾ ਕੋਈ ਸਖਤ ਬੋਲਦਾ ਹੈ, ਜਿੰਨਾ ਕੋਈ ਗਰਮ ਬੋਲਦਾ ਹੈ, ਉਹਦੀ ਗੱਲ ਦੇ ਵਿੱਚ ਸਾਡੀ ਸਫਲਤਾ ਦਾ ਕੁਛ ਨਾ ਕੁਛ ਅੰਸ਼ ਲੁਕਿਆ ਹੁੰਦਾ ਹੈ। ਉਹ ਸਾਥੋਂ ਡਰਿਆ ਹੋਇਆ ਹੈ, ਇਸ ਅੰਦੋਲਨ ਤੋਂ ਡਰਿਆ ਹੋਇਆ ਹੈ ਔਰ ਆਉਣ ਵਾਲਾ ਜਿਹੜਾ ਸਮਾਂ ਹੈ, ਆਉਣ ਵਾਲਾ ਸਮਾਂ ਦੱਸੂਗਾ ਕਿ ਦੇਖੋ ਅੱਜ 250 ਜਥੇਬੰਦੀ ਦੀ 27 ਤਰੀਕ ਨੂੰ ਮੀਟਿੰਗ ਹੋਈ ਹੈ ਦਿੱਲੀ ਦੇ ਵਿੱਚ। ਇਸ ਅੰਦੋਲਨ ਨੇ ਦੇਸ਼ ਵਿਆਪੀ ਅੰਦੋਲਨ ਬਣਨਾ ਹੈ, ਇਹ ਕੋਈ ਇੱਥੇ ਨਹੀਂ ਰੁਕਣਾ। ਇਦੋਂ ਵੀ ਗਾਹਾਂ ਜੇ ਵੇਖੀਏ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਭਾਰਤੀ ਬੈਠਾ, ਪੰਜਾਬੀ ਬੈਠਾ ਹੈ, ਉਹ ਇਸ ਲੜਾਈ ਨੂੰ ਤਨਦੇਹੀ ਨਾਲ ਲੜ ਰਿਹਾ ਹੈ ਆਪਦੀ ਥਾਂ ਤੇ। ਲਾਸਟ ਸਵਾਲ ਹੈ, ਦਿੱਲੀ ਜਾਣਾ ਸੀ ਪਰ ਇੰਨੇ ਲੇਟ ਕਿਉਂ ਹੋ ਰਹੇ ਹੋ ਦਿੱਲੀ ਜਾਣ ਦੇ ਵਿੱਚ? ਕਿਉਂਕਿ ਤੁਹਾਨੂੰ ਵੀ ਇਹ ਗੱਲ ਦਾ ਪਤਾ ਹੈ ਵੀ ਇੱਥੇ ਬੈਠੇ ਕੋਈ ਹੱਲ ਨਹੀਂ ਹੋਣਾ। ਦਿੱਲੀ ਜਾਣਾ ਸੀ, ਦਿੱਲੀ ਜਾਣ ਨੂੰ ਲੇਟ ਕਿਉਂ ਹੋ ਰਹੇ, ਕਿਉਂ ਨਹੀਂ ਕੁਝ ਕਰ ਰਹੇ? ਦੇਖੋ ਗੱਲ ਕੀ ਹੈ, ਦਿੱਲੀ ਜਾਣਾ ਜਿੰਨੇ ਕੁ ਅਸੀਂ ਬਾਹਰ ਨਿਕਲੇ ਨਾ ਸੜਕਾਂ ਤੇ, ਉਹਨੇ ਕਨੇ ਅਸੀਂ ਪੰਜਾਬ ਗਵਰਨਮੈਂਟ ਨੂੰ ਹਿਲਾ ਲਿਆ। ਯੂ ਟਰਨ ਲੈਣ ਲਈ ਇੱਥੋਂ ਦੀ ਲੀਡਰਸ਼ਿਪ ਨੂੰ ਸਾਰੀ ਨੂੰ ਮਜਬੂਰ ਕਰ ਲਿਆ ਲੋਕਾਂ ਨੇ ਕਿ ਮਗਰ ਲੱਗ ਕੇ ਬੈਠੋ, ਲੋਕਾਂ ਦੇ ਮਗਰ ਤੁਰਨਾ ਪਿਆ ਅੱਜ ਸਮੇਂ ਦੇ ਮੁਤਾਬਕ। ਲੇਕਿਨ ਮੋਦੀ ਹਜੇ ਲਲਕਰੇ ਮਾਰ ਰਿਹਾ, ਹਜੇ ਬਹੁਤ ਗੱਲਾਂ ਕਰ ਰਿਹਾ, ਹਜੇ ਮੀਟਿੰਗ ਦੇਣ ਨੂੰ ਤਿਆਰ ਨਹੀਂ। ਇਸ ਕਰਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਮੀਟਿੰਗਾਂ ਕਰਕੇ, ਵੱਡੀ ਲਾਮਬੰਦੀ ਕਰਕੇ ਇਹਦੇ ਇੱਕ ਤਾਂ ਇਹ ਸੋਚ ਰਹੇ ਹਾਂ। ਦੂਸਰੀ ਗੱਲ, ਅੱਜ ਸਾਡਾ ਕਿਸਾਨ ਕੰਮ ਦੇ ਵਿੱਚ ਬੜੀ ਤਰ੍ਹਾਂ ਮਤਲਬ ਬਿਜ਼ੀ ਹੈ ਔਰ ਕਿਸਾਨਾਂ ਦੇ ਅੰਦੋਲਨ ਨਹੀਂ ਕਾਮਯਾਬ ਹੋਣਾ, ਕਿਸਾਨਾਂ ਨੇ ਜਾਣਾ ਸਾਡੇ ਨਾਲ। ਔਰ ਇਸ ਗੱਲ ਨੂੰ ਲੈ ਕੇ ਵੀ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਆਉਣ ਵਾਲੇ ਅੰਦੋਲਨ ਦੀ ਵੱਡੀ ਤਿਆਰੀ ਕਰਨ ਵਾਸਤੇ, ਦੂਸਰੀਆਂ ਜਥੇਬੰਦੀਆਂ ਨਾਲ ਤਾਲਮੇਲ ਕਰਨ ਵਾਸਤੇ, ਇਸ ਕਰਕੇ ਥੋੜੀ ਦੇਰੀ ਹੋ ਰਹੀ ਹੈ। ਐਸੀ ਕੋਈ ਗੱਲ ਨਹੀਂ, ਦਿੱਲੀ ਜਾਏ ਬਗੈਰ ਇਹ ਅੰਦੋਲਨ ਨੇ ਲੜਿਆ ਨਹੀਂ ਜਾਣਾ ਔਰ ਦਿੱਲੀ ਜਾਵਾਂਗੇ। ਹਰ ਹਾਲ ਦੇ ਵਿੱਚ ਦਿੱਲੀ ਨੂੰ ਝੁਕਾ ਕੇ ਹਟਣਗੇ ਲੋਕ, ਚਾਹੇ ਕੁਝ ਵੀ ਕਰ ਲੇ ਸਰਕਾਰ ਨੂੰ ਇਹਦੇ ਮੂਹਰੇ ਝੁਕਣਾ ਪੈਣਾ। ਕਿਉਂਕਿ ਅੱਜ ਅੰਦੋਲਨ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਪੰਜਾਬੀ ਬੈਠਾ ਹੈ ਨਾ, ਉੱਥੇ ਧਰਨੇ ਮੁਜ਼ਾਹਰੇ ਪ੍ਰੋਟੈਸਟ ਹੋ ਰਹੇ ਹੈ। ਤਾਂ ਜੇ ਥਾਂ ਤੇ ਹੋ ਰਿਹਾ ਤੇ ਇਹਦਾ ਮਤਲਬ ਸਾਡਾ ਸੁਨੇਹਾ ਪੂਰੇ ਭਾਰਤ ਦੇ ਵਿੱਚ ਜਾ ਰਿਹਾ, ਲੜਾਈ ਜਿੱਤਾਂਗੇ। ਇਹ ਸਨ ਜਗਜੀਤ ਸਿੰਘ ਡੱਲੇਵਾਲਾ ਜੋ ਕਿ ਭਾਰਤੀ ਕਿਸਾਨ ਸਿੱਧੂਪੁਰ ਦੇ ਪ੍ਰਧਾਨ ਨੇ। ਕੈਮਰਾਮੈਨ ਵਿੱਕੀ ਦੇ ਨਾਲ ਪਰਮਿੰਦਰ ਸਿੰਘ, ਗਲੋਬਲ ਪੰਜਾਬ ਟੀਵੀ, ਧੰਨਵਾਦ। ਦੁਨੀਆ ਵਿੱਚ ਹਰ ਪਲ ਕਿਤੇ ਨਾ ਕਿਤੇ ਕੁਝ ਨਾ ਕੁਝ ਵਾਪਰਦਾ ਰਹਿੰਦਾ ਹੈ। ਅਸੀਂ ਰਿਸ਼ਵਤ ਦੇ ਕੇ ਕੰਮ ਕਰਾਉਣਾ ਠੀਕ ਸਮਝਦੇ ਹਾਂ। ਅਸੀਂ ਚੋਣਾਂ ਸਮੇਂ ਅੱਖਾਂ ਬੰਦ ਕਰਕੇ ਲੀਡਰ ਚੁਣਦੇ ਹਾਂ। ਲੋਕ ਵਿਰੋਧੀ ਕਾਨੂੰਨ ਬਣ ਜਾਂਦੇ ਹਨ ਪਰ ਅਸੀਂ ਬੇਖਬਰ ਹੁੰਦੇ ਹਾਂ। ਦੰਗੇ ਹੁੰਦੇ ਨੇ, ਬਲਾਤਕਾਰ ਹੁੰਦੇ ਨੇ, ਸਕੈਂਡਲ ਹੁੰਦੇ ਨੇ, ਲੋਕਤੰਤਰ ਵਿਲਕਣ ਲੱਗਦਾ ਏ। ਚਲੰਤ ਮੁੱਦਿਆਂ ਦੀ ਤਹਿ ਤੱਕ ਜਾਇਆ ਕਰਾਂਗੇ, ਸੁੱਤਿਆਂ ਨੂੰ ਜਗਾਇਆ ਕਰਾਂਗੇ, ਝੂਠਿਆਂ ਨੂੰ ਭਜਾਇਆ ਕਰਾਂਗੇ। ਵੇਖੋ ਸਾਡਾ ਖਾਸ ਪ੍ਰੋਗਰਾਮ ਚਰਚਾ ਗਲੀ ਗਲੀ ਹਰ ਬੁੱਧਵਾਰ ਤੋਂ ਸ਼ਨੀਵਾਰ ਸ਼ਾਮ 7:30 ਵਜੇ ET ਤੁਹਾਡੇ ਆਪਣੇ ਗਲੋਬਲ ਪੰਜਾਬ ਟੀਵੀ ਤੇ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।